ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ, ਜੋ ਹਰ ਰੋਜ਼ ਦੀ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਥਾ ਵਿਚਾਰ ਲੜੀਵਾਰ ਚੱਲ ਰਹੀ ਹੈ, ਜੋ ਬਾਬਾ ਭਾਈ ਸਤਿਗੁਰਾਮ ਚੈਨਲ ਹੈ, ਲਾਇਕ ਵੀ ਕਰਿਓ, ਸਬਸਕ੍ਰਾਈਬ ਵੀ ਕਰ ਦਿਓ, ਅੱਗੇ ਸ਼ੇਅਰ ਵੀ ਕਰ ਦਿਓ। ਇਹਦੇ ਹੇਠਾਂ ਦੱਸਿਆ ਵੀ ਕਰੋ ਸਾਧ ਸੰਗਤ ਵੀ ਇਹ ਕਥਾ ਵਿਚਾਰ ਕਿਸ ਤਰ੍ਹਾਂ ਚੱਲ ਰਹੀ ਹੈ। ਫੋਨ ਕਰਕੇ ਦੱਸਦਾ 9593302617 ਮੇਰਾ ਨੰਬਰ ਆ ਵਿੱਚ। ਇਹਦੇ 'ਤੇ ਨੰਬਰ ਕਰਕੇ ਦੱਸਦਾ ਵੀ ਠੀਕ ਹੈ ਜਾਂ ਗਲਤ ਹੈ ਜਾਂ ਹੋਰ ਸੁਧਾਰ ਕਰੀਏ। ਜੋ ਅੱਜ ਦੀ ਕਥਾ ਹੈ ਰਾਜੇ ਭੀਮ ਚੰਦ ਦਾ ਪ੍ਰਸੰਗ। ਹੁਣ ਗੁਰੂ 10ਵੇਂ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦੇ ਵਿੱਚ ਜਦ ਰਹਿੰਦੇ ਆ, ਗਹਿਮਾ ਗਹਿਮ ਹੁੰਦੀ ਹੈ, ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰ ਰਹੀਆਂ ਸੰਗਤਾਂ, ਆਵਾਜਾਈ ਬਹੁਤ ਮੇਲਾ ਭਰਿਆ ਰਹਿੰਦਾ ਹੈ। ਹੁਣ ਜਿਹੜੇ 22 ਧਾਰ ਦੇ ਰਾਜੇ ਹੈ, ਉਹਨਾਂ ਦਾ ਗੁਰੂ ਜੀ ਦੇ ਨਾਲ ਬਹੁਤ ਜੰਗ ਯੁੱਧ ਚੱਲ ਰਹੇ ਸੀ, ਬੜੀ ਈਰਖਾ ਕਰ ਰਹੇ ਸੀ, ਕਿਉਂਕਿ ਸਤਿਗੁਰੂ ਜੀ ਦਾ ਪ੍ਰਤਾਪ ਉਹ ਝੱਲ ਨਹੀਂ ਸੀ ਰਹੇ। ਹੁਣ ਅਨੰਦਪੁਰ ਦੇ ਉੱਤਰ ਵੱਲ ਨੈਣਾ ਦੇਵੀ ਦੇ ਪਰਬਤਾਂ ਤੋਂ ਅੱਗੇ ਰਿਆਸਤ ਕਹਿਲੂਰ ਸੀ। ਕਹਿਲੂਰ ਦੇ ਨਾਲ ਹੀ ਬਿਲਾਸਪੁਰ ਹੈ। ਸਤਿਗੁਰੂ ਜੀ ਸਮੇਂ ਕਹਿਲੂਰ ਦਾ ਰਾਜਾ ਭੀਮ ਚੰਦ ਸੀ, ਜੋ ਆਪਣੇ ਬਾਪ ਦੀਪ ਚੰਦ ਦੇ ਮਰਨ ਦੇ ਪਿੱਛੋਂ ਸੰਨ 1729 ਬਿਕਰਮੀ ਦੇ ਵਿੱਚ ਰਾਜ ਸਿੰਘਾਸਣ ਉੱਤੇ ਬੈਠਾ ਸੀ। ਹੁਣ ਰਾਜਾ ਭੀਮ ਚੰਦ ਨੂੰ ਛੇਵੇਂ ਪਾਤਸ਼ਾਹ ਜੀ ਨੇ ਜਹਾਂਗੀਰ ਦੀ ਕੈਦ ਗਵਾਲੀਅਰ ਦੇ ਵਿੱਚੋਂ ਰਿਹਾ ਕਰਵਾਇਆ ਸੀ। ਜਿੰਨਾ ਚਿਰ ਉਹ ਜਿਉਂਦਾ ਰਿਹਾ ਉਹ ਗੁਰੂ ਘਰ ਦੀ ਸੇਵਾ ਕਰਦਾ ਰਿਹਾ। ਉਸਨੇ ਬਰੂਰਤਾ ਨਹੀਂ ਕੀਤੀ, ਪਰ ਭੀਮ ਚੰਦ ਦਾ ਸੁਭਾਅ ਹੋਰ ਤਰ੍ਹਾਂ ਦਾ ਸੀ। ਇਹ ਲਾਲਚੀ, ਨਿੰਦਕ ਤੇ ਈਰਖਾ ਕਰਨ ਵਾਲਾ ਮਨੁੱਖ ਸੀ। ਇਹਦੇ ਸਲਾਹਕਾਰ ਵੀ ਬਹੁਤ ਮਾੜੇ ਸਨ। ਇੱਕ ਦਿਨ ਉਸਨੇ ਰਣਜੀਤ ਨਗਾਰੇ ਦੀ ਬੱਦਲ ਗੰਜਾਊ ਆਵਾਜ਼ ਸੁਣੀ। ਉਹਦਾ ਹਿਰਦਾ ਕੰਬ ਗਿਆ। ਉਸਨੇ ਆਪਣੇ ਆਦਮੀਆਂ ਨੂੰ ਪੁੱਛਿਆ, ਇਹ ਆਵਾਜ਼ ਕਿਸ ਚੀਜ਼ ਦੀ ਹੈ? ਕੀ ਕੋਈ ਦੁਸ਼ਮਣ ਚੜ੍ਹ ਕੇ ਆ ਰਿਹਾ ਹੈ? ਹੁਣ ਸਤਿਗੁਰੂ ਜੀ ਦੇ ਦਰਬਾਰ ਦੇ ਭੇਤੀ ਨੇ ਦੱਸਿਆ, ਕਹਿੰਦਾ ਹੇ ਰਾਜਨ, ਇਹ ਨਗਾਰੇ ਦੀ ਆਵਾਜ਼ ਹੈ। ਮਾਖੋਵਾਲ ਦੇ ਥੇ ਉੱਤੇ ਜੋ ਸਤਿਗੁਰੂ ਜੀ ਰਹਿੰਦਾ ਹੈ, ਜਿਹੜਾ ਨੌਵੇਂ ਸਤਿਗੁਰੂ ਤੇਗ ਬਹਾਦਰ ਜੀ ਦਾ ਸੁਪੁੱਤਰ ਹੈ, ਉਸਨੇ ਇੱਕ ਵੱਡਾ ਨਗਾਰਾ ਤਿਆਰ ਕਰਵਾਇਆ। ਉਸ ਦਾ ਨਾਮ ਰਣਜੀਤ ਨਗਾਰਾ ਰੱਖਿਆ ਗਿਆ। ਇਸ ਗੁਰੂ ਨੇ ਫੌਜ ਤਿਆਰ ਕੀਤੀ ਹੋਈ ਹੈ। ਘੋੜੇ, ਰਥ, ਹਾਥੀ, ਸ਼ਸਤਰ ਅਤੇ ਲੜਾਈ ਦੀਆਂ ਹੋਰ ਵਸਤੂਆਂ ਬਹੁਤ ਸਾਰੀਆਂ ਇਹਨਾਂ ਦੇ ਕੋਲ ਹਨ। ਉਹ ਤਾਂ ਰਾਜਾ ਬਣਨ ਦੀਆਂ ਤਿਆਰੀਆਂ ਕਰ ਰਿਹਾ ਹੈ। ਅਜੇ ਉਮਰ ਮਸਾਂ 18 ਕੁ ਸਾਲ ਦੀ ਹੈ, ਪਰ ਭਵਿੱਖ ਤੋਂ ਉਜਲਾ ਕਰਨ ਵਾਸਤੇ ਉਹ ਸਿਆਣਿਆਂ ਨਾਲੋਂ ਚੰਗਾ ਸੋਚ ਰਹੇ ਹਨ। ਹੁਣ ਆਪਣੇ ਆਦਮੀਆਂ ਦੇ ਪਾਸੋਂ ਐਸਾ ਸੁਣ ਕੇ ਭੀਮ ਚੰਦ ਦੇ ਮਨ ਨੂੰ ਚਾਅ ਚੜ੍ਹ ਗਿਆ। ਚਾਅ ਆ ਕਿ ਉਹ ਸਤਿਗੁਰੂ ਜੀ ਦੇ ਦਰਸ਼ਨ ਕਰੇ। ਸਾਰਾ ਦਿਨ ਤੇ ਸਾਰੀ ਰਾਤ ਉਹਦੇ ਕੰਨਾਂ ਵਿੱਚ ਰਣਜੀਤ ਨਗਾਰੇ ਦਾ ਬੱਦਲਾਂ ਦੇ ਵਾਂਗੂ ਗੰਜਾਊ ਸ਼ਬਦ ਸੁਣੀਦਾ ਰਿਹਾ। ਉਹ ਬੇਚੈਨ ਰਿਹਾ।
ਉਹਦੇ ਬੇਚੈਨ ਹੋਣ ਦਾ ਕਾਰਨ ਇਹ ਸੀ, ਉਸਨੇ ਸੁਣਿਆ ਸੀ ਕਿ ਸਤਿਗੁਰੂ ਜੀ ਦੇ ਪਾਸ ਐਸੀਆਂ ਅਚਰਜ ਵਸਤੂਆਂ ਆਈਆਂ ਹਨ ਜੋ ਕਿਸੇ ਪਾਸੇ ਰਾਜ ਨਹੀਂ। ਦੁਨੀ ਚੰਦ ਸਦਾਗਰ ਦੀ ਭੇਟਾ ਕੀਤੀ ਹੋਈ ਚਾਂਦਨੀ ਤੇ ਉਹਦਾ ਦਿੱਤਾ ਹੋਇਆ ਤੰਬੂ ਐਸਾ ਹੈ ਕਿ ਦੇਖਿਆ ਭੁੱਖ ਲੈਂਦੀ ਹੈ। ਪ੍ਰਸ਼ਾਦੀ ਹਾਥੀ ਤਾਂ ਕੁਦਰਤ ਨੇ ਉਹਨਾਂ ਵਾਸਤੇ ਚੇਚਾ ਬਣਾਇਆ ਹੈ। ਦੂਸਰੀ ਬੇਚੈਨੀ ਸੀ ਉਹਦੇ ਰਾਜ ਤੇ ਗੁਆਂਢ ਰਾਜਸੀ ਸ਼ਕਤੀ ਦਾ ਵਧਣਾ। ਉਹਦੇ ਵਾਸਤੇ ਖਤਰੇ ਤੋਂ ਖਾਲੀ ਨਹੀਂ ਸੀ। ਉਹ ਦੇਖ ਕੇ ਸਾਰੇ ਹਾਲਤ ਦਾ ਜਾਣੂ ਹੋਣਾ ਚਾਹੁੰਦਾ ਸੀ। ਰਾਜਾ ਭੀਮ ਚੰਦ ਮਾਖੋਵਾਲ ਉਹਦੀ ਰਿਆਸਤ ਦਾ ਹਿੱਸਾ ਸੀ। ਭਾਵੇਂ ਸਤਿਗੁਰੂ ਤੇਗ ਬਹਾਦਰ ਜੀ ਨੇ ਪਿੰਡ ਖਰੀਦਿਆ ਸੀ, ਪਰ ਫਿਰ ਵੀ ਰਾਜ ਕਹਿਲੂਰ ਦਾ ਸੀ। ਅਗਲੇ ਦਿਨ ਹੀ ਭੀਮ ਚੰਦ ਨੇ ਆਪਣੇ ਆਦਮੀ ਅਨੰਦਪੁਰ ਭੇਜਿਆ। ਉਹਦੇ ਆਦਮੀ ਨੇ ਸਤਿਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਰਾਜਾ ਭੀਮ ਚੰਦ ਦਰਸ਼ਨ ਕਰਨਾ ਚਾਹੁੰਦਾ ਹੈ। ਤਾਂ ਸਤਿਗੁਰੂ ਜੀ ਨੇ ਉੱਤਰ ਦਿੱਤਾ, ਸਤਿਗੁਰੂ ਨਾਨਕ ਦੇਵ ਜੀ ਦਾ ਦਰ ਸਾਰਿਆਂ ਵਾਸਤੇ ਖੁੱਲ੍ਹਾ ਹੈ। ਜੋ ਜੀ ਆਵੇ ਸੋ ਰਾਜੇ ਜਾਵੇ। ਜੈਸੀ ਕੋਈ ਮਨ ਵਿੱਚ ਭਾਵਨਾ ਇੱਥੇ ਲੈ ਕੇ ਆਉਂਦਾ ਹੈ, ਤੈਸਾ ਹੀ ਫਲ ਪਾਉਂਦਾ ਹੈ। ਸਾਨੂੰ ਕਿਸੇ ਤਰ੍ਹਾਂ ਦਾ ਨਾ ਤਾਂ ਇਹ ਤੋਂ ਖਤਰਾ ਤੇ ਨਾ ਹੀ ਇਸ ਤੋਂ ਭੈ ਹੈ। ਇਸ ਦਰ ਦੇ ਉੱਤੇ ਬਾਦਸ਼ਾਹ ਵੀ ਆਉਂਦੇ ਹਨ ਤੇ ਕੰਗਾਲ ਵੀ, ਅਮੀਰ ਵੀ ਆਉਂਦੇ ਆ ਤੇ ਗਰੀਬ ਵੀ ਆਉਂਦੇ ਆ। ਇਹ ਸੁਣ ਕੇ ਰਾਜਪੂਤ ਖੁਸ਼ੀ ਬਾਗ 'ਚ ਚਲਿਆ ਗਿਆ ਤੇ ਉਸਨੇ ਕਹਿਲੂਰ ਰਾਜ ਦੀ ਰਾਜਧਾਨੀ ਵਿੱਚ ਪੁੱਜ ਕੇ ਰਾਜੇ ਭੀਮ ਚੰਦ ਨੂੰ ਸਾਰੀ ਗੱਲ ਜਾ ਕੇ ਦੱਸੀ। ਗੱਲ ਦੱਸਣ ਤੋਂ ਬਿਨਾਂ ਉਸਨੇ ਸਤਿਗੁਰੂ ਜੀ ਦਾ ਪ੍ਰਤਾਪ, ਚੜ੍ਹਾਵਾ, ਸੰਗਤਾਂ ਦਾ ਆਉਣਾ ਜਾਣਾ ਤੇ ਕਿਲ੍ਹੇ ਦੀਆਂ ਵਿਉਂਤਾਂ ਆਦਿ ਦਾ ਪਤਾ ਜੋ ਕੀਤਾ ਹੋਇਆ ਹੈ ਉਹ ਵੀ ਬਿਆਨ ਕੀਤਾ। ਉਸਨੇ ਇਹ ਵੀ ਦੱਸਿਆ ਕਿ ਸਤਿਗੁਰੂ ਜੀ ਨੇ ਉਸਨੂੰ ਸਿਰੋਂ ਪਾਉ ਦੇ ਕੇ ਤੋਰਿਆ ਹੈ। ਸਤਿਗੁਰੂ ਚੰਗੇ ਮਹਾਂਪੁਰਖ ਹਨ। ਰਾਜਦੂਤ ਰੂਪ ਵਜ਼ੀਰ ਦੀਆਂ ਗੱਲਾਂ ਸੁਣ ਕੇ ਭੀਮ ਚੰਦ ਦਾ ਮਨ ਹੋਰ ਖਿੱਚਿਆ ਗਿਆ। ਉਸਨੇ ਉਸ ਵੇਲੇ ਹੁਕਮ ਦਿੱਤਾ ਕਿ ਜਿੰਨੀ ਛੇਤੀ ਹੋਵੇ ਤਿਆਰੀ ਕੀਤੀ ਜਾਵੇ। ਉਹ ਉਸ ਦਿਨ ਅਨੰਦਪੁਰ ਪੁੱਜਣਾ ਚਾਹੁੰਦਾ ਹੈ। ਰਾਜੇ ਦੀ ਆਗਿਆ ਦਾ ਪਾਲਣ ਉਸ ਵੇਲੇ ਹੋ ਗਿਆ। ਘੋੜੇ 'ਤੇ ਸਵਾਰ ਹੋ ਕੇ ਨਾਲ ਥੋੜ੍ਹੇ ਜਿਹੇ ਜਵਾਨ ਲੈ ਕੇ ਭੀਮ ਚੰਦ ਅਨੰਦਪੁਰ ਪੁੱਜਿਆ। ਮਸੰਦਾਂ ਤੇ ਅਰਦਾਸੀਆਂ ਨੇ ਉਸ ਦਾ ਸਵਾਗਤ ਕੀਤਾ। ਸਾਰੀ ਗੱਲ ਦਾ ਪਤਾ ਕਰਕੇ ਕਿ ਰਾਜੇ ਨੇ ਕਿਉਂ ਦਰਸ਼ਨ ਦਿੱਤੇ ਹਨ, ਚੰਗੀ ਥਾਂ ਡੇਰਾ ਲਵਾਇਆ ਤੇ ਦੱਸਿਆ ਕਿ ਉਸ ਦਿਨ ਸ਼ਾਮ ਨੂੰ ਸਤਿਗੁਰੂ ਜੀ ਦੇ ਦਰਸ਼ਨ ਹੋ ਜਾਣਗੇ। ਉਸ ਵੇਲੇ ਸਤਿਗੁਰੂ ਜੀ ਸ਼ਿਕਾਰ ਖੇਡਣ ਗਏ ਹੋਏ ਸਨ। ਹੁਣ ਰਹਿ ਰਾਸ ਤੋਂ ਪਹਿਲਾਂ ਸਤਿਗੁਰੂ ਜੀ ਬਾਹਰੋਂ ਆਏ। ਸਿੱਖ ਸੰਗਤ ਦਰਸ਼ਨ ਕਰਨ ਵਾਸਤੇ ਰਾਹ ਵਿੱਚ ਖਲੋਤੀ ਹੋਈ ਸੀ। ਅਨੰਦਪੁਰ ਦੇ ਵਾਸੀ ਨਰ ਨਾਰੀ ਤੇ ਬਾਲ ਦਰਸ਼ਨ ਕਰਨ ਵਾਸਤੇ ਕੋਠਿਆਂ 'ਤੇ ਚੜ੍ਹ ਕੇ ਖਲੋਤੇ ਹੋਏ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਹਰੋਂ ਆ ਰਹੇ ਸਨ ਤੇ ਇੱਕ ਚੰਗੇ ਜਲੂਸ ਦੀ ਸ਼ਕਲ ਵਿੱਚ ਸਨ। ਅੱਗੇ ਰਣਜੀਤ ਨਗਾਰਾ ਵੱਜਦਾ ਆਉਂਦਾ ਸੀ ਤੇ ਪਿੱਛੇ ਕੁਝ ਘੋੜ ਸਵਾਰ ਸਨ। ਵਿਚਾਲੇ ਸਤਿਗੁਰੂ ਜੀ ਪ੍ਰਸ਼ਾਦੀ ਹਾਥੀ ਉੱਤੇ ਸਵਾਰ ਸਨ।
ਹਾਥੀ ਦੇ ਪਿੱਛੇ ਪਿੱਛੇ ਕੁੰਡੀਆਂ ਮੁੱਛਾਂ ਵਾਲੇ ਸੂਰਬੀਰ ਯੋਧੇ ਘੋੜਿਆਂ ਉੱਤੇ ਸਵਾਰ ਸਨ। ਹਰ ਇੱਕ ਦੇ ਚਿਹਰੇ ਉੱਤੇ ਲਾਲੀਆਂ ਭਖਦੀਆਂ ਸਨ। ਕਾਬਲ ਤੇ ਕੰਧਾਰ ਦੇ ਉੱਚੇ ਘੋੜੇ, ਜਿਨ੍ਹਾਂ ਦੀਆਂ ਟਾਪਾਂ ਨਾਲ ਧਰਤੀ ਥਰ ਥਰ ਕੰਬਦੀ ਸੀ, ਸੁੰਦਰ ਲਿਬਾਸ, ਗੋਲ ਦਸਤਾਰੇ ਆਦਿਕ ਦੇਖ ਕੇ ਭੀਮ ਚੰਦ ਦਾ ਤਾਂ ਜਿਹੜਾ ਸਾਹ ਸੀ ਉਹ ਤਾਂ ਹੀ ਰਹਿ ਗਿਆ। ਜੈਸਾ ਪ੍ਰਤਾਪ ਉਸਨੇ ਸਤਿਗੁਰੂ ਜੀ ਦਾ ਦੇਖਿਆ, ਵੈਸਾ ਤਾਂ ਕਿਸੇ ਰਾਜੇ ਦਾ ਵੀ ਨਹੀਂ ਸੀ। ਲੋਕ ਰਾਹ ਵਿੱਚ ਅੱਖਾਂ ਵਿਛਾਉਂਦੇ ਸਨ। ਹਰ ਇੱਕ ਪੁਰਖ ਨਵੇਂ ਹੀ ਉਤਸ਼ਾਹ ਪ੍ਰੇਮ ਤੋਂ ਚਾਅ ਨਾਲ ਮਸਤ ਸੀ। ਇਸਤਰੀਆਂ ਦੀਵਾਨੀਆਂ ਜਿਹੀਆਂ ਹੋਈਆਂ ਇੱਧਰ ਉੱਧਰ ਫਿਰ ਰਹੀਆਂ, ਬਾਹਰੋਂ ਆ ਰਹੇ ਸਤਿਗੁਰੂ ਜੀ ਦੇ ਦਰਸ਼ਨ ਕਰਦੀਆਂ ਹੋਈਆਂ ਚੜ੍ਹਾਵੇ ਚਾੜ੍ਹ ਰਹੀਆਂ ਸਨ। ਪ੍ਰਸ਼ਾਦੀ ਹਾਥੀ ਸਭ ਦੇ ਚੜ੍ਹਾਵੇ ਆਪਣੇ ਸੁੰਡ ਨਾਲ ਫੜ ਕੇ ਉੱਪਰ ਮੁਹਾਬਤ ਤੇ ਸਤਿਗੁਰੂ ਜੀ ਦੇ ਸਿੱਖਾਂ ਨੂੰ ਫੜਾਈ ਜਾਂਦਾ ਸੀ। ਰਾਜਾ ਭੀਮ ਚੰਦ ਐਸੀ ਸਰਧਾ ਤੇ ਭਗਤੀ ਦੇਖ ਕੇ ਇਹ ਨਾ ਜਾਣ ਸਕੇ ਕਿ ਗੁਰੂ ਜੀ ਇੰਦਰ ਦਾ ਅਵਤਾਰ ਹਨ ਜਾਂ ਕਿਸੇ ਵੱਡੀ ਰਿਆਸਤ ਦੇ ਰਾਜੇ ਹਨ। ਉਹ ਅੱਖਾਂ ਮਲ ਮਲ ਕੇ ਤੇ ਝਮਕ ਕੇ ਦੇਖਦਾ ਰਿਹਾ। ਰਹਿ ਰਾਸ ਦਾ ਭੋਗ ਪਿਆ। ਭੋਗ ਦੇ ਪਿੱਛੋਂ ਸ਼ਾਮ ਦਾ ਦੀਵਾਨ ਸਜਿਆ। ਉਸ ਦੀਵਾਨ ਵਿੱਚ ਵਜ਼ੀਰ ਸਮੇਤ ਰਾਜਾ ਭੀਮ ਚੰਦ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਇਆ। ਹੁਣ ਵਜ਼ੀਰ ਦੇ ਕਹਿਣ ਤੇ ਨਮਸਕਾਰ ਕੀਤੇ। ਸਤਿਗੁਰੂ ਜੀ ਦੇ ਨੂਰੀ ਚਿਹਰੇ ਦਾ ਪ੍ਰਭਾਵ ਐਸਾ ਪਿਆ ਕਿ ਉਹਦੀਆਂ ਸੱਤੇ ਸੁੱਧਾਂ ਭੁੱਲ ਗਈਆਂ। ਉਹ ਜਿਸ ਪੁਰਸ਼ ਵੱਲ ਦੇਖਦਾ, ਜਿਸ ਪਾਸੇ ਤੇ ਜਿਸ ਵਸਤੂ ਵੱਲ ਦੇਖਦਾ, ਉਹ ਹੀ ਹੈਰਾਨ ਕਰਨ ਵਾਲੀ ਸੀ। ਸਿੰਘਾਸਣ ਦੀ ਚੰਦਰ ਚੌਂਕੀ, ਪੰਜ ਕਲਾ ਸ਼ਾਸਤਰ ਅਤੇ ਸਤਿਗੁਰੂ ਜੀ ਦੇ ਵਸਤਰ ਸਭ ਹੈਰਾਨ ਕਰਨ ਵਾਲੇ ਸਨ। ਹੁਣ ਸਤਿਗੁਰੂ ਜੀ ਨੇ ਉਸ ਨੂੰ ਉਪਦੇਸ਼ ਕੀਤਾ। ਸਤਿਗੁਰੂ ਦਾ ਉਪਦੇਸ਼ ਵੀ ਰਾਜੇ ਵਾਸਤੇ ਨਵੀਂ ਗੱਲ ਸੀ। ਐਸਾ ਉਪਦੇਸ਼ ਜੋ ਉਸਨੇ ਕਿਸੇ ਹਿੰਦੂ ਪੰਡਤ ਕੋਲੋਂ ਨਹੀਂ ਸੀ ਸੁਣਿਆ। ਸਤਿਗੁਰੂ ਜੀ ਨੇ ਫਰਮਾਇਆ, ਹੇ ਰਾਜਨ, ਦੇਵੀ ਦੇਵਤਿਆਂ ਤੇ ਪੱਥਰਾਂ ਦੀਆਂ ਮੂਰਤੀਆਂ ਦੀ ਪੂਜਾ ਨਹੀਂ ਕਰਨੀ ਚਾਹੀਦੀ। ਪੂਜਾ ਸਿਰਫ ਅਕਾਲ ਪੁਰਖ ਦੀ ਹੋ ਸਕਦੀ ਹੈ, ਜੋ ਜਨਮ ਮਰਨ ਤੋਂ ਰਹਿਤ ਹੈ। ਪੂਜਾ ਸਿਰਫ ਅਕਾਲ ਪੁਰਖ ਦੀ ਹੋ ਸਕਦੀ ਹੈ, ਜਿਹੜਾ ਜਗਤ ਦਾ ਕਰਤਾ ਹਰਤਾ ਹੈ, ਜਿਹੜਾ ਦੇਵੀ ਦੇਵਤਿਆਂ, ਅਵਤਾਰਾਂ, ਰਾਜਿਆਂ, ਮਹਾਰਾਜਿਆਂ ਤੇ ਬਲੀ ਬਹਾਦਰਾਂ ਦੇ ਕਾਲ ਨੂੰ ਹੱਥ ਵਿੱਚ ਰੱਖਦਾ ਹੈ। ਪਰਬਤ, ਬਨਸਪਤੀ, ਨਦੀਆਂ, ਦਰਿਆ, ਜੀਵ ਜੰਤੂ ਸਭ ਉਹਦੀ ਇੱਛਾ ਦੀ ਕਿਰਤ ਹੈ। ਜਿਹੜਾ ਮਨੁੱਖ ਹਰ ਪ੍ਰਕਾਰ ਦੇ ਲਾਲਚ ਤੇ ਹੰਕਾਰ ਨੂੰ ਤਿਆਗ ਕੇ ਅਕਾਲ ਪੁਰਖ ਦਾ ਭੈ ਰੱਖਦਾ ਹੋਇਆ ਉਸ ਨੂੰ ਧਿਆਉਂਦਾ ਹੈ, ਉਸ ਦੀ ਜ਼ਰੂਰੀ ਕਲਿਆਣ ਹੁੰਦੀ ਹੈ। ਅਕਾਲ ਪੁਰਖ ਤੋਂ ਬਿਨਾਂ ਕਿਸੇ ਦਾ ਭੈ ਨਹੀਂ ਮੰਨਣਾ ਚਾਹੀਦਾ। ਪੱਥਰਾਂ ਦੀ ਪੂਜਾ ਕਰਨ ਵਾਲਿਆਂ ਦੀ ਬੁੱਧੀ ਵੀ ਪੱਥਰ ਰੂਪ ਹੋ ਜਾਂਦੀ ਹੈ। ਇਸ ਤਰ੍ਹਾਂ ਸਤਿਗੁਰੂ ਦੇ ਉਪਦੇਸ਼ ਦੇ ਨਾਲ ਨਾਲ ਸਤਿਗੁਰੂ ਜੀ ਨੇ ਆਪਣੀ ਬਾਣੀ ਵੀ ਸੁਣਾਈ। ਬਾਣੀ ਨੂੰ ਸੁਣ ਕੇ ਉਹ ਬਹੁਤ ਖੁਸ਼ ਹੋਇਆ, ਪਰ ਸਦੀਆਂ ਦੀ ਮੈਲ ਉਹਦੇ ਹਿਰਦੇ ਦੇ ਉੱਤੇ ਜੰਮੀ ਹੋਈ ਸੀ। ਉਹ ਮਾਇਆਵਾਦੀ ਪੁਰਖ ਸੀ। ਉਹ ਜਨਮ ਜਨਮ ਦੀ ਮੈਲ ਭਲਾ ਘੜੀ ਪਲ ਦੀ ਸੰਗਤ ਨਾਲ ਕਿਵੇਂ ਲੱਥੇ।
ਨਾਲੇ ਹਰ ਵਸਤੂ ਨੂੰ ਦੇਖਦੇ ਉਹਦੇ ਮਨ ਵਿੱਚ ਈਰਖਾ ਤੇ ਲਾਲਚ ਆਉਂਦਾ ਜਾਂਦਾ ਸੀ। ਈਰਖਾ ਤੇ ਲਾਲਚ ਮਨੁੱਖ ਆਤਮਾ ਨੂੰ ਮਲੀਨ ਕਰਦੇ ਹਨ। ਅੰਤਰਜਾਮੀ ਘਟ ਘਟ ਦੀ ਜਾਣਨਹਾਰ ਸਤਿਗੁਰੂ ਜੀ ਨੇ ਰਾਜੇ ਭੀਮ ਚੰਦ ਦੀ ਮਾਨਸਿਕ ਦਿਸ਼ਾ ਨੂੰ ਜਾਣ ਲਿਆ। ਸਾਹਿਬਾਂ ਨੇ ਉਸ ਨੂੰ ਸਮਝਾਉਣ ਬਦਲੇ ਇਉਂ ਫਰਮਾਇਆ, ਮਹਾਰਾਜ ਕਹਿੰਦੇ, ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਸ਼ਸਤਰ ਧਾਰੀ, ਛਤਰ ਹੀ ਕੀ ਛਾਇਆ ਕਈ ਕੋਸ਼ ਲौ ਚਲਤ ਹੈ। ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ਼, ਵੱਡੇ ਵੱਡੇ राजन के दर्प के दलत है। मान से महीप और दलीप के से सतरधारी, बड़े अभिमान भुज दंड को करत है। दारा से दिली सर दरजोधन से मान धारी, भोग भोग भूम अंत भूम में मिलत है। जिस दे करे अनेक तोपची कपट भेस, पोसती अनेक दा नियावत है शीस को। कहाँ प्यो माल जो पै काढ़त अनेक डंड, सो तो न डंडौत असटांग अथ तीस को। कहाँ प्यो रोगी जो पै डारियों रिहो उर्द मुख, मन ते न मूड निहारियों आद शीस को। कामना अधीन सदा दावन परवीन, एक भावना विहीन कैसे पावे जगदीश को। ਭੀਮ ਚੰਦ ਰਾਜੇ ਨੂੰ ਤਿਸ ਦਾ ਪਰਮਾਰਥ ਸਮਝਾਉਂਦਿਆਂ ਹੋਇਆ ਮਹਾਰਾਜ ਨੇ ਕਿਹਾ, ਹੇ ਰਾਜਨ, ਜੋਗੀ ਹੋਵੇ ਜਾਂ ਜਤੀ, ਬ੍ਰਹਮਚਾਰੀ ਜਾਂ ਮਹਾਰਾਜਾ ਵੀ ਐਸਾ ਹੋਵੇ ਜਿਸ ਦਾ ਸਤਰ ਕਈਆਂ ਕੋਹਾਂ ਵਿੱਚ ਖਿਲ ਰਿਹਾ ਹੋਵੇ। ਮਹਾਨ ਵੱਡੇ ਰਾਜੇ ਜੋ ਦੂਸਰੇ ਰਾਜਿਆਂ ਦੇ ਦੇਸ਼ਾਂ ਨੂੰ ਮਲਦੇ ਫਿਰਦੇ ਹਨ, ਬਗਾਨੇ ਧਨ ਨੂੰ ਆਪਣਾ ਬਣਾਉਂਦੇ ਹਨ। ਪਰਬਤਾਂ ਵਰਗੇ ਹੌਸਲਿਆਂ ਵਾਲੇ ਦਲੀਪ ਵਰਗੇ ਮਹਾਰਾਜੇ ਵੱਡੇ ਵੱਡੇ ਹੰਕਾਰੀਆਂ ਨੂੰ ਭੰਨ ਦੇਣ ਵਾਲੇ ਬਲੀ ਦਾਰੇ ਤੇ ਦਰਜੋਧਨ ਵਰਗੇ ਵੀ ਹੋ ਗਏ। ਪਰ ਜੇ ਸੋਚੀਏ ਤਾਂ ਰਾਜਨ, ਸਾਰੇ ਭੋਗ ਭੋਗਦੇ ਹੋਏ ਧਰਤੀ ਵਿੱਚ ਹੀ ਖਪਤ ਹੋ ਗਏ। ਕਾਲ ਨੇ ਸਾਰਿਆਂ ਨੂੰ ਖਾ ਲਿਆ। ਹੇ ਰਾਜਨ, ਪੋਸਤੀਆਂ ਵਾਂਗ ਤੋਪਚੀ ਫੌਜੀ ਜਿਨ੍ਹਾਂ ਨੂੰ ਸਿਰ ਨਿਵਾਉਂਦੇ ਹਨ ਤੇ ਗਿਣਤੀ ਨਹੀਂ ਆਉਂਦੀ, ਉਹ ਵੀ ਨਹੀਂ ਰਹੇ। ਉਹ ਕਿੱਥੇ ਆ? ਜਿਹੜੇ ਵੱਡੇ ਵੱਡੇ ਪਹਿਲਵਾਨ ਸਨ ਤੇ ਨਿੱਤ ਡੰਡ ਬੈਠਕਾਂ ਕੱਢਿਆ ਕਰਦੇ ਸਨ, ਉਹ ਤਵੱਛਵੀ ਜਿਹੜੇ ਇੱਕ ਲੱਤ ਤੇ ਭਾਰ ਖਲੋ ਕੇ ਹੰਕਾਰ ਨਾਲ ਕਿਹਾ ਕਰਦੇ ਸਨ, ਅਸੀਂ ਘੋਰ ਤਪੱਸਿਆ ਕਰ ਰਹੇ ਹਾਂ, ਉਹ ਜੋਗੀ ਵੀ ਨਹੀਂ ਰਹੇ ਤੇ ਨਾ ਦਿਸਦੇ ਐ। ਪੁੱਠੇ ਲਮਕ ਕੇ ਤਪੱਸਿਆ ਕਰਦੇ, ਕਿਉਂਕਿ ਉਹਨਾਂ ਦੇ ਮਨ ਤੋਂ ਹੰਕਾਰ ਦੂਰ ਨਹੀਂ ਸੀ ਹੋਇਆ। ਸਾਰੇ ਹੀ ਕਾਮਨਾ ਦੇ ਗੁਲਾਮ ਰਹਿੰਦੇ ਸਨ ਤੇ ਭਾਵਨਾ ਤੋਂ ਬਿਨਾਂ ਉਹ ਕਦੀ ਪਰਮਾਤਮਾ ਨੂੰ ਨਹੀਂ ਪਾ ਸਕਦੇ। ਪ੍ਰਭੂ ਉਹ ਪਾ ਸਕਦਾ ਜਿਸ ਦੇ ਹਿਰਦੇ ਵਿੱਚ ਉਹਦੇ ਮਿਲਣ ਦੀ ਸੱਚੀ ਭਾਵਨਾ ਹੋਵੇ। ਕਿਸੇ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਤੇ ਈਰਖਾ ਤੇ ਲਾਲਚ ਦਾ ਤਿਆਗ ਕਰਨਾ ਚਾਹੀਦਾ ਹੈ। ਅਗਲੇ ਦਿਨ ਸਤਿਗੁਰੂ ਜੀ ਨੇ ਰਾਜੇ ਭੀਮ ਚੰਦ ਨੂੰ ਉਹ ਸਾਰੀਆਂ ਵਸਤੂਆਂ ਦਿਖਾਈਆਂ ਜੋ ਰਾਜਾ ਰਤਨ ਰਾਏ ਵੱਲੋਂ ਭੇਟਾ ਕੀਤੀਆਂ ਗਈਆਂ ਸਨ। ਚੰਦਨ ਦੀ ਚੌਕੀ ਦੀਆਂ ਪੁਤਲੀਆਂ ਤੇ ਨਿਰਾਲੀਆਂ ਖੇਡਾਂ ਕੀਤੀਆਂ। ਉਹਨਾਂ ਖੇਡਾਂ ਨੂੰ ਦੇਖ ਕੇ ਭੀਮ ਚੰਦ ਆਪ ਮੁਹਾਰਾ ਆਖਣ ਲੱਗਾ, ਵਾਹ 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 ਜੀ, ਅਕਲ ਦਾ ਕਮਾਲ ਹੈ। ਪ੍ਰਸ਼ਾਦੀ ਹਾਥੀ ਦੀ ਸਰੀਰਕ ਸੁੰਦਰਤਾ ਤਾਂ ਮਨ ਮੋਹਣ ਵਾਲੀ ਸੀ। ਉਹਦੀ ਅਕਲ ਦਾ ਜਿਸ ਵੇਲੇ ਦਿਖਾਵਾ ਕੀਤਾ ਗਿਆ ਤਾਂ ਭੀਮ ਚੰਦ ਚੁੱਪ ਹੀ ਹੋ ਗਿਆ। ਹੈਰਾਨੀ ਨਾਲ ਉਸਦੇ ਦੰਦ ਜੁੜ ਗਏ। ਭੀਮ ਚੰਦ ਨੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਤੇ ਆਪਣੇ ਰਾਜ ਵੱਲ ਤੁਰ ਪਿਆ।
ਸਾਰੇ ਰਾਹ ਸਤਿਗੁਰੂ ਦੇ ਵੱਡੇ ਪ੍ਰਤਾਪ ਬਾਰੇ ਸੋਚਦਾ ਗਿਆ। ਜਦੋਂ ਸਾਧ ਸੰਗ ਇਸ ਤਰ੍ਹਾਂ ਸੋਚਦਾ ਗਿਆ ਨਾ ਰਾਜਾ ਭੀਮ ਚੰਦ, ਹੁਣ ਉਹ ਸੋਚਣ ਲੱਗਿਆ ਰਾਜੇ ਭੀਮ ਚੰਦ ਦੀ ਖੋਟੀ ਨੀਅਤ, ਉਹਨੇ ਨੀਤ ਖੋਟੀ ਧਾਰ ਲਈ ਉਹ ਸਾਰੀਆਂ ਚੀਜ਼ਾਂ ਦੇਖ ਕੇ। ਹੁਣ ਉਹ ਪਤਾ ਕੀ ਕਰਦਾ, ਰਾਜਾ ਭੀਮ ਚੰਦ ਆਪਣੇ ਰਾਜ ਭਵਨ ਵਿੱਚ ਤਾਂ ਪੁੱਜਾ, ਪਰ ਉਹਦਾ ਮਨ ਭਾਰਾ ਸੀ। ਮਨ ਨਿਰਾ ਭਾਰਾ ਹੀ ਨਹੀਂ ਸੀ, ਸਗੋਂ ਆਨੰਦਪੁਰ ਹੀ ਰਹਿ ਗਿਆ ਸੀ। ਪ੍ਰਸ਼ਾਦੀ ਹਾਥੀ ਚੰਦਨ ਚੌਕੀ ਤੇ ਪੰਜ ਕਲਾ ਹਥਿਆਰ ਨੂੰ ਨਹੀਂ ਸੀ ਭੁੱਲਿਆ। ਉਹ ਸੈਨਾ ਚੀਰ ਕੇ ਆਖਦਾ, ਪ੍ਰਸ਼ਾਦੀ ਹਾਥੀ ਪੰਜ ਕਲਾ ਹਥਿਆਰ ਚੰਦਨ ਚੌਕੀ ਤੇ ਤੰਬੂ ਆਦਿਕ ਵਸਤੂਆਂ ਮੇਰੇ ਪਾਸ ਹੋਣੀਆਂ ਚਾਹੀਦੀਆਂ ਹਨ। ਮੈਂ ਰਾਜਾ ਹਾਂ, ਇੱਕ ਸਾਧ ਕੋਲੇ ਨਹੀਂ ਹੋਣੀਆਂ ਚਾਹੀਦੀਆਂ। ਇਹ ਰਾਜਿਆਂ ਮਹਾਰਾਜਿਆਂ ਕੋਲੇ ਸ਼ੋਭਾ ਦਿੰਦੀਆਂ ਹਨ। ਮੈਂ ਪ੍ਰਾਪਤ ਕਰਾਂਗਾ, ਜ਼ਰੂਰ ਪ੍ਰਾਪਤ ਕਰਾਂਗਾ। ਉਸ ਨੂੰ ਖਾਣਾ ਪੀਣਾ ਵੀ ਭੁੱਲ ਗਿਆ। ਰਾਤ ਨੂੰ ਨੀਂਦ ਨਾ ਪਈ। ਜੇ ਕਦੀ ਅੱਖ ਲੱਗੀ ਤਾਂ ਵੀ ਉਹ ਵਸਤੂਆਂ ਦੇ ਵਿੱਚ ਹੀ ਦਰਸ਼ਨ ਦਿੰਦੇ ਰਹੇ, ਹੁੰਦੇ ਰਹੇ। ਉਸਨੇ ਵਜ਼ੀਰ ਕੋਲ ਸੱਦਿਆ। ਜਦੋਂ ਵਜ਼ੀਰ ਆਇਆ ਤਾਂ ਉਸ ਪਾਸ ਭੀਮ ਚੰਦ ਨੇ ਆਪਣੇ ਮਨ ਦੀ ਵਿਆਕਲਤਾ ਨੂੰ ਪ੍ਰਗਟ ਕੀਤਾ ਤੇ ਅੰਤ ਵਿੱਚ ਕਿਹਾ, ਕਹਿੰਦਾ ਜੇਕਰ ਸਭ ਵਸਤੂਆਂ ਨਹਿ ਪਾਵੋ, ਜਿਉਂ ਕਰ ਕੁੰਚਰ ਅਨਭਾਵੋ, ਪ੍ਰਥਮ ਕਰੋ ਛਲ ਬੁੱਧ ਬਲ ਪਾਏ, ਬਿਨਾ ਛਖੇਰੇ ਪਹੁੰਚੋ ਆਏ। ਕਿਸੀ ਬਹਾਨੇ ਕਰਿਓ ਜਾਂਚੇ, ਭਲੋ ਪੁਰਖ ਆਵਿਓ ਦਿਗ ਤਾਚੇ। ਜਿਉਂ ਕਿਉਂ ਏਕ ਬਾਰ ਜੇ ਪਾਵੇ, ਫਿਰ ਨਾ ਦੇ ਗਜ ਕਰ ਅਪਣਾਵੈ। ਕਹਿੰਦਾ ਦੇਖੋ ਵਜ਼ੀਰ ਜੀ, ਜੇਕਰ ਸਾਰੀਆਂ ਚੀਜ਼ਾਂ ਨਾ ਮਿਲਣ ਤਾਂ ਜਿਵੇਂ ਕਿਵੇਂ ਹਾਥੀ ਜ਼ਰੂਰ ਪ੍ਰਾਪਤ ਕਰ ਲੈਣਾ ਚਾਹੀਦਾ ਹੈ। ਇਹਨਾਂ ਵਸਤੂਆਂ ਨੂੰ ਪ੍ਰਾਪਤ ਕਰਨ ਵਾਸਤੇ ਪਹਿਲਾਂ ਹੀ ਲੜਾਈ ਕਰਨੀ ਠੀਕ ਨਹੀਂ। ਪਹਿਲਾਂ ਛਲ ਧੋਖਾ ਕਰੋ, ਕਿਸੇ ਨਾ ਕਿਸੇ ਬਹਾਨੇ ਹਾਥੀ ਲੈ ਆਵੋ। ਜਦੋਂ ਹਾਥੀ ਆ ਜਾਵੇ ਤਾਂ ਵਾਪਸ ਨਹੀਂ ਕਰਨਾ। ਉਹ ਇੱਕ ਸਾਧੂ ਅਸਾਂ ਕੋਲੋਂ ਖੋਹ ਨਹੀਂ ਸਕਦਾ, ਕਿਉਂਕਿ ਅਸਾਂ ਕੋਲ ਰਾਜ ਬਲ ਹੈ, ਮੁਗਲ ਬਾਦਸ਼ਾਹ ਦੀ ਹਮਾਇਤ ਹੈ। ਬਹੁਤਾ ਉਰਾਂ ਪਰਾਂ ਕਰੇ ਤਾਂ ਮਾਖੋਵਾਲ ਦੇ ਵਿੱਚੋਂ ਕੱਢ ਦਿਆਂਗੇ ਤੇ ਜਾਇਦਾਦ ਸਾਰੀ ਮੁੱਲ ਲਵਾਂਗੇ। ਸੋਚੋ ਬਹਾਨਾ ਕੀ ਕੀਤਾ ਜਾਵੇ। ਹੁਣ ਸਿਆਣਾ ਵਜ਼ੀਰ ਭੀਮ ਚੰਦ ਦੀ ਜ਼ਬਾਨੋਂ ਉਪਰੋਕਤ ਲੰਮਾ ਬਿਆਨ ਸੁਣ ਕੇ ਘਬਰਾ ਗਿਆ। ਉਹ ਸਤਿਗੁਰੂ ਦੇ ਉੱਪਰ ਬਹੁਤ ਮਹਾਨ ਸ਼ਰਧਾ ਰੱਖਦਾ ਸੀ। ਉਹ ਜਾਣਦਾ ਸੀ ਭਾਵੇਂ ਸਤਿਗੁਰੂ ਜੀ ਰਾਜੇ ਨਹੀਂ, ਪਰ ਉਹਨਾਂ ਪਾਸ ਰਾਜਿਆਂ ਨਾਲੋਂ ਬਹੁਤੀ ਸ਼ਕਤੀ ਹੈ। ਉਹਨਾਂ ਦੇ ਸਿੱਖ ਉਹਨਾਂ ਬਦਲੇ ਹਰ ਵਕਤ ਕੁਰਬਾਨ ਹੋਣ ਵਾਸਤੇ ਤਿਆਰ ਰਹਿੰਦੇ ਹਨ। ਮਹਾਰਾਜ ਰਿੱਧੀਆਂ ਸਿੱਧੀਆਂ ਦੇ ਮਾਲਕ ਤੇ ਆਪ ਪਰਮੇਸ਼ਰ ਨਾਲ ਧੋਖਾ ਕਰਨਾ ਔਖਾ ਹੈ। ਉਹ ਤਾਂ ਹਰ ਇੱਕ ਦੇ ਹਿਰਦੇ ਦੀਆਂ ਜਾਣਦੇ ਹਨ। ਦੂਸਰੇ ਪਾਸੇ ਵਜ਼ੀਰ ਭੀਮ ਚੰਦ ਦੀ ਜਿੱਦ ਨੂੰ ਵੀ ਜਾਣਦਾ ਸੀ। ਉਹ ਦੋ ਪਾਸੋਂ ਫਸ ਗਿਆ। ਝਿਜਕ ਕੇ ਬੋਲਿਆ, ਕਹਿੰਦਾ ਰਾਜਨ, ਜੋ ਕੁਝ ਤੁਸੀਂ ਸੋਚ ਰਹੇ ਹੋ ਇਹ ਕੁਝ ਸੋਚਣਾ ਨਹੀਂ ਚਾਹੀਦਾ। ਐਸੇ ਮਹਾਂਪੁਰਖ ਨਾਲ ਧੋਖਾ ਕਰਨਾ ਕਠਿਨ ਹੈ। ਜੇ ਧੋਖਾ ਕਰਨ ਵਿੱਚ ਕਾਮਯਾਬ ਵੀ ਹੋ ਜਾਈਏ ਤਾਂ ਬਹੁਤਾ ਮਹਿੰਗਾ ਪਵੇਗਾ। ਦੇਖੋ ਜੋ ਮੈਂ ਕਹਿ ਰਿਹਾ ਹਾਂ ਸੋ ਹੋ ਕੇ ਰਹੇਗਾ। ਮੈਂ ਜ਼ਰੂਰ ਉਹਨਾਂ ਵਸਤੂਆਂ ਨੂੰ ਪ੍ਰਾਪਤ ਕਰਨਾ ਚਾਹੁੰਦਾ ਹਾਂ। ਹੇਰਾ ਫੇਰੀ ਕਰਨ ਦੀ ਲੋੜ ਨਹੀਂ। ਤੁਸੀਂ ਜਾਓ ਤੇ ਕਹੋ ਕਿ ਰਾਜਾ ਅਜਮੇਰ ਚੰਦ ਭੀਮ ਚੰਦ ਦੇ ਪੁੱਤਰ ਕੁਮਾਰ ਦੀ ਮੰਗਣੀ ਹੈ।
ਇਸ ਵਾਸਤੇ ਪ੍ਰਸ਼ਾਦੀ ਹਾਥੀ ਤੇ ਚੰਦਨ ਦੀ ਚੌਂਕੀ ਦੀ ਸਾਨੂੰ ਲੋੜ ਹੈ, ਪਰ ਉਹ ਸਰਬ ਕਲਾ ਸੰਪੂਰਨ ਹਨ। ਉਹ ਪਹਿਲਾਂ ਹੀ ਜਾਣਗੇ ਕਿ ਉਹਨਾਂ ਨਾਲ ਹੱਥ ਫੇਰੀ ਤੇ ਜ਼ਬਾਨ ਫੇਰੀ ਕਰ ਰਹੇ ਹਨ। ਉਹ ਚੀਜ਼ ਨਹੀਂ ਦੇਣਗੇ, ਵਜ਼ੀਰ ਨੇ ਉੱਤਰ ਦਿੱਤਾ। ਇੰਨੇ ਉਹ ਪਰਮੇਸ਼ਰ ਨੇ ਜੋ ਸਾਡੇ ਮਨਾਂ ਦੀਆਂ ਬੁੱਝ ਲੈਣਗੇ। ਗੱਲ ਕਰੋ ਕੋਈ ਅਕਲ ਦੀ, ਐਵੇਂ ਨਾ ਡਰੋ। ਰਾਜਾ ਕਹਿਣ ਲੱਗ ਗਿਆ ਵਜ਼ੀਰ ਨੂੰ, ਕਿਤੇ ਨਹੀਂ ਉਹ ਤੁਹਾਨੂੰ ਮੂੰਹ ਵਿੱਚ ਪਾ ਲਵੇਗਾ। ਅੱਜ ਕੱਲ੍ਹ ਦਾ ਬੱਚਾ ਹੈ, ਤੁਸੀਂ ਪੁਰਾਣੇ ਨੀਤੀ ਬੇਤਾ ਹੋ। ਸਮੇਂ ਦੀਆਂ ਕਈ ਤਰ੍ਹਾਂ ਦੀਆਂ ਠੰਡਾਂ ਤੱਤਾਂ ਤੁਸੀਂ ਦੇਖੀਆਂ ਹੋਈਆਂ ਹਨ। ਘਾਬਰੋ ਨਾ। ਭੀਮ ਚੰਦ ਨੇ ਆਪਣੀ ਜਿੱਦ ਨਾ ਛੱਡੀ। ਆਖਰ ਫੈਸਲਾ ਹੋ ਗਿਆ ਕਿ ਵਜ਼ੀਰ ਅਨੰਦਪੁਰ ਜਾਵੇਗਾ ਤੇ ਪ੍ਰਸ਼ਾਦੀ ਹਾਥੀ ਸਤਿਗੁਰੂ ਜੀ ਪਾਸੋਂ ਮੰਗਣ ਦਾ ਯਤਨ ਕਰੇਗਾ। ਹੁਣ ਵਜ਼ੀਰ ਨੂੰ ਪੱਕਿਆ ਕਰਕੇ ਅਨੰਦਪੁਰ ਵੱਲ ਤੋਰ ਦਿੱਤਾ। ਨੇਕ ਦਿਲ ਵਜ਼ੀਰ ਦੀ ਆਤਮਾ ਡਰਦੀ ਸੀ ਕਿ ਉਹ ਇੱਕ ਮਹਾਂਪੁਰਖ ਪਾਸ ਝੂਠ ਕਿਵੇਂ ਬੋਲੇਗਾ। ਪਰ ਦੂਸਰੇ ਪਾਸੇ ਭੀਮ ਚੰਦ ਦੇ ਗੁੱਸੇ ਦਾ ਸ਼ਿਕਾਰ ਵੀ ਨਹੀਂ ਸੀ ਹੋਣਾ ਚਾਹੁੰਦਾ। ਸੱਪ ਦੇ ਮੂੰਹ ਕੋੜ ਕਿਲੜੀ ਵਾਲੀ ਗੱਲ ਸੀ, ਜੇ ਉਹ ਖਾਵੇ ਤਾਂ ਅੰਨਾ, ਜੇ ਛੱਡੇ ਤਾਂ ਕੋੜੀ। ਹੁਣ ਮਨ ਦੇ ਨਾਲ ਵਿਉਂਤਾਂ ਸੋਚਦਾ ਹੋਇਆ ਉਹ ਅਨੰਦਪੁਰ ਦੀ ਜੂਹ ਵਿੱਚ ਪਹੁੰਚ ਗਿਆ। ਨਦੀ ਪਾਰ ਕਰਨ ਲੱਗਿਆ, ਉਹਦੀ ਆਤਮਾ ਦਹਿਲ ਗਈ। ਅੰਦਰੋਂ ਆਵਾਜ਼ ਆਈ, ਸਤਿਗੁਰੂ ਜੀ ਦੇ ਚਰਨਾਂ ਵਿੱਚ ਝੂਠ ਨਹੀਂ ਬੋਲਣਾ ਚਾਹੀਦਾ। ਰਾਜੇ ਨੂੰ ਜਾ ਕੇ ਸਾਫ਼-ਸਾਫ਼ ਕਹਿ ਦੇਣਾ ਚਾਹੀਦਾ ਹੈ, ਇਹ ਕੰਮ ਮੈਥੋਂ ਨਹੀਂ ਹੋ ਸਕਦਾ। ਪਰ ਉਹ ਸਾਡੇ ਪਿੱਛੇ ਮੁੜ ਨਾ ਸਕਿਆ। ਹੌਲੀ ਹੌਲੀ ਧੜਕਦੇ ਦਿਲ ਸਤਿਗੁਰੂ ਦੇ ਦਰਬਾਰ ਵਿੱਚ ਪਹੁੰਚ ਹੀ ਗਿਆ। ਸ਼ਾਮ ਦੇ ਦੀਵਾਨ ਵਿੱਚ ਹਾਜ਼ਰ ਹੋਇਆ। ਦੋਵੇਂ ਹੱਥ ਜੋੜ ਕੇ ਚਰਨਾਂ ਦੇ ਉੱਪਰ ਮੱਥਾ ਟੇਕ ਕੇ ਬੈਠ ਗਿਆ। ਸਤਿਗੁਰੂ ਜੀ ਨੇ ਸੁੱਖ ਸਾਂਦ ਪੁੱਛਣ ਪਿੱਛੋਂ ਆਉਣ ਦਾ ਕਾਰਨ ਪੁੱਛਿਆ। ਤਦੋਂ ਵਜ਼ੀਰ ਨੇ ਉੱਤਰ ਦਿੱਤਾ, ਆਪ ਦੀ ਸਭ ਦਇਆ ਹੈ। ਆਪ ਦੇ ਪ੍ਰਤਾਪ ਅੱਗੇ ਤਾਂ ਸਾਰੀ ਦੁਨੀਆ ਦੇ ਦੇਵੀ ਦੇਵਤੇ ਝੁਕਦੇ ਹਨ। ਬੰਦਿਆਂ ਦਾ ਕੀ ਕਹਿਣਾ ਹੈ। ਸਾਡਾ ਰਾਜਾ ਭੀਮ ਚੰਦ ਤਾਂ ਆਪ ਦਾ ਤਨੋਂ ਮਨੋਂ ਸੇਵਕ ਹੋ ਗਿਆ ਹੈ। ਉਹ 24 ਘੰਟੇ ਆਪ ਨੂੰ ਯਾਦ ਰੱਖਣ ਲੱਗ ਪਿਆ ਹੈ। ਥੋੜ੍ਹੇ ਦਿਨਾਂ ਨੂੰ ਦਰਸ਼ਨ ਕਰਨ ਵਾਸਤੇ ਆਵੇਗਾ। ਆਉਣ ਤਾਂ ਉਸਨੇ ਪਹਿਲਾਂ ਹੀ ਸੀ, ਆਉਣਾ ਤਾਂ ਉਹਨੇ ਪਹਿਲਾਂ ਹੀ ਸੀ, ਪਰ ਉਹਦੇ ਰਾਜਕੁਮਾਰ ਅਜਮੇਰ ਚੰਦ ਦੀ ਕੜਮਾਈ ਹੋਣ ਵਾਲੀ ਹੈ। ਕੜਮਾਈ ਵੀ ਬਹੁਤ ਸ਼ਾਨ ਤੇ ਧੂਮ-ਧਾਮ ਨਾਲ ਹੋਣੀ ਹੈ। ਬਹੁਤ ਖੁਸ਼ੀ ਦੀ ਗੱਲ ਆ। ਮਹਾਰਾਜ ਕਹਿਣ ਲੱਗੇ, ਰਾਜਕੁਮਾਰ ਦੀ ਮੰਗਣੀ ਹੋ ਰਹੀ ਹੈ, ਅਸੀਂ ਕੀ ਸੇਵਾ ਜਾਂ ਸਹਾਇਤਾ ਕਰ ਸਕਦੇ ਹਾਂ। ਮਹਾਰਾਜ ਕਹਿੰਦੇ, ਸਤਿਗੁਰੂ ਨੇ ਵਜ਼ੀਰ ਦੇ ਮਨੋਭਾਵ ਨੂੰ ਜਾਣਦਿਆਂ ਹੋਇਆਂ ਬਚਨ ਕੀਤਾ। ਜੋ ਕੁਝ ਵਜ਼ੀਰ ਕਹਿਣਾ ਚਾਹੁੰਦਾ ਸੀ, ਉਹ ਕੁਝ ਸਿੱਧਾ ਨਹੀਂ ਸੀ ਕਹਿ ਸਕਦਾ। ਸਭ ਕਾਰਜ ਆਪ ਨੇ ਹੀ ਕਰਨੇ ਹਨ। ਆਪ ਦੀ ਦਇਆ ਦ੍ਰਿਸ਼ਟੀ ਦੀ ਲੋੜ ਹਰ ਘੜੀ ਰਹਿੰਦੀ ਹੈ। ਆਪ ਤਾਂ ਵਿਸ਼ਨੂੰ ਅਵਤਾਰ ਹੋਏ ਹੋ, ਮਿਹਰ ਰੱਖਣੀ। ਕੋਈ ਭੁੱਲ ਚੁੱਕ ਹੋ ਜਾਵੇ ਤਾਂ ਖਿਮਾ ਕਰਨਾ। ਅਸੀਂ ਪਾਪੀ ਜੀਵ ਸਦਾ ਭੁੱਲਾਂ ਕਰਨ ਵਾਲੇ ਹਾਂ। ਮੱਲੋ ਮੱਲੀ ਕੂੜੇ ਕਰਮ ਹੋ ਜਾਂਦੇ ਹਨ। ਰਾਜੇ ਭੀਮ ਚੰਦ ਦੀ ਬੜੀ ਅਧੀਨਗੀ ਤੇ ਸਰਧਾ ਪ੍ਰੇਮ ਨਾਲ ਬੇਨਤੀ ਹੈ। ਮਹਾਰਾਜ ਕਹਿੰਦੇ, ਕੈਸੀ ਬੇਨਤੀ ਹੈ। ਸਤਿਗੁਰੂ ਜੀ ਨੇ ਜਾਣ ਬੁੱਝ ਕੇ ਮੁਸਕਰਾ ਕੇ ਪੁੱਛਿਆ। ਉਹਨਾਂ ਨੇ ਬੇਨਤੀ ਕੀਤੀ ਹੈ ਕਿ ਰਾਜਕੁਮਾਰ ਅਜਮੇਰ ਚੰਦ ਦੀ ਮੰਗਣੀ ਹੋ ਰਹੀ ਹੈ। ਸੰਗਾਈ ਤੇ ਮਹਿਮਾਨਾਂ ਨਾਲੋਂ ਨੇ ਆਉਣਾ ਹੈ। ਉਹ ਤਾਂ ਆਪ ਜਾਣਦੇ ਹੀ ਹੋ ਕਿ ਧੀਆਂ ਵਾਲੇ, ਲੜਕੇ ਵਾਲੇ ਘਰ ਦੀ ਬਹੁਤ ਸ਼ਾਨ ਦੇਖਦੇ ਹਨ। ਜਿੱਡੇ ਸਿਰ ਉੱਡੀਆਂ ਸਲਾਮਾਂ,
ਰਾਜਕੁਮਾਰਾਂ ਦੀਆਂ ਮੰਗਣੀਆਂ ਤੇ ਸ਼ਾਦੀਆਂ ਵੀ ਬਹੁਤ ਖਿਲਾਰ ਵਾਲੀਆਂ ਹੁੰਦੀਆਂ ਹਨ। ਰਾਜਾ ਭੀਮ ਚੰਦ ਚਾਹੁੰਦਾ ਕਿ ਬਣਨ ਵਾਲੇ ਕੁੜਮਾਂ ਨੂੰ ਬਹੁਤ ਸ਼ਾਨ ਦਿਖਾਈ ਜਾਵੇ। ਦਿਖਾਵੇ ਵੀ ਪ੍ਰਭਾਵਸ਼ਾਲੀ ਬਣਾਉਣ ਬਦਲੇ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਥੋੜ੍ਹੇ ਦਿਨਾਂ ਵਾਸਤੇ ਆਪ ਆਪਣਾ ਪ੍ਰਸ਼ਾਦੀ ਹਾਥੀ ਤੇ ਚੰਦਨ ਦੀ ਚੌਂਕੀ ਦੇ ਦੇਵੋ। ਜਦੋਂ ਮਹਿਮਾਨ ਆਉਣਗੇ ਤਦੋਂ ਵਿਖਾਵਾ ਕੀਤਾ ਜਾਵੇਗਾ। ਘੜੀ ਪਲ ਸੋਭਾ ਹੋ ਜਾਵੇਗੀ। ਪ੍ਰਾਹੁਣਿਆਂ ਦੇ ਜਾਣ ਪਿੱਛੋਂ ਦੋਵੇਂ ਵਸਤੂਆਂ ਵਾਪਸ ਕਰ ਦਿੱਤੀਆਂ ਜਾਣਗੀਆਂ। ਇਹਨਾਂ ਵਸਤੂਆਂ ਦੇ ਮੰਗਣ ਵਿੱਚ ਕੋਈ ਮਾੜੀ ਨੀਤੀ ਦੀ ਝਲਕ ਨਹੀਂ ਹੈ। ਚੰਗੀ ਤੇ ਮਾੜੀ ਨੀਤ ਬਾਰੇ ਅਸੀਂ ਤਾਂ ਕੁਝ ਸੋਚਦੇ ਵੀ ਨਹੀਂ। ਹੁਣ ਸਤਿਗੁਰੂ ਜੀ ਨੇ ਬਚਨ ਕੀਤਾ। ਮਹਾਰਾਜ ਕਹਿੰਦੇ ਸਿਰਫ ਇਹ ਗੱਲ ਹੈ ਕਿ ਜੋ ਵਸਤੂ ਗੁਰੂ ਘਰ ਵਿੱਚ ਆਉਂਦੀ ਹੈ, ਜੋ ਕੋਈ ਚੜ੍ਹਾਵਾ ਚੜ੍ਹਦਾ ਉਹ ਗੁਰਗੱਦੀ ਨੂੰ ਆਉਂਦਾ ਹੈ। ਸਤਿਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਪਰਮੇਸ਼ਰ ਦੀ ਮਿਹਰ ਨਾਲ ਅਮਰ ਹੈ। ਗੁਰਗੱਦੀ ਦੀ ਮਾਲਕੀ ਅਸਾਂ ਦੀ ਮਾਲਕੀ ਨਹੀਂ। ਅਸੀਂ ਤਾਂ ਗੁਰਗੱਦੀ ਦੇ ਸੇਵਕ ਹਾਂ। ਅਸਲ ਗੱਲ ਇਹ ਹੈ ਕਿ ਗੁਰਗੱਦੀ ਦੀ ਭੇਟਾ ਹੋਈ ਕੋਈ ਵਸਤੂ ਗੁਰੂ ਘਰ ਤੋਂ ਬਾਹਰ ਨਹੀਂ ਜਾ ਸਕਦੀ। ਭੇਟਾ ਕਰਨ ਵਾਲੇ ਦੀ ਵੀ ਇਹੋ ਸਰਧਾ ਹੈ। ਪ੍ਰਸ਼ਾਦੀ ਹਾਥੀ ਤੇ ਚੰਦਨ ਚੌਂਕੀ, ਪੰਜ ਕਲਾ ਸ਼ਸਤਰ, ਇਹ ਸਭ ਕੁਛ ਕਾਮ ਰੂਪ ਦੀ ਰਾਣੀ ਤੇ ਉਸ ਦਾ ਸੁਪੁੱਤਰ ਰਾਜਾ ਰਤਨ ਰਾਏ ਭੇਟਾ ਕਰ ਗਏ ਹਨ। ਉਹਨਾਂ ਦੀ ਵੀ ਇਹੋ ਇੱਛਾ ਸੀ ਕਿ ਇਹ ਵਸਤੂਆਂ ਗੁਰੂ ਘਰ ਤੋਂ ਬਾਹਰ ਨਾ ਜਾਣ। ਇਸ ਵਾਸਤੇ ਵਸਤੂਆਂ ਦੇਣੀਆਂ ਕਠਿਨ ਹਨ। ਵਜ਼ੀਰ ਨੂੰ ਜੋ ਉੱਤਰ ਮਿਲਣ ਦੀ ਆਸ ਸੀ ਉਹੀ ਉੱਤਰ ਮਿਲਿਆ। ਗੁਰੂ ਜੀ ਜਾਣ ਗਏ ਕਿ ਰਾਜਾ ਭੀਮ ਚੰਦ ਨੇਕ ਨੀਤੀ ਨਾਲ ਇਹ ਵਸਤੂਆਂ ਨਹੀਂ ਮੰਗ ਰਿਹਾ, ਉਹ ਧੋਖਾ ਕਰਨਾ ਚਾਹੁੰਦਾ ਹੈ। ਪੱਥਰ ਪੂਜ ਨੂੰ ਕੀ ਪਤਾ ਕਿ ਅਕਾਲ ਪੁਰਖ ਦੇ ਸੇਵਕ ਨਿਰਭੈ ਤੇ ਨਿਰਮਲ ਆਤਮਾ ਹੁੰਦੇ ਹਨ। ਵਜ਼ੀਰ ਆਨੰਦ ਚੰਦ ਨੇ ਮਾਲਕ ਭੀਮ ਚੰਦ ਦੇ ਹੁਕਮ ਨੂੰ ਪੂਰਾ ਕਰਨ ਵਾਸਤੇ ਕਿਹਾ। ਰਾਜਾ ਜੀ ਨੇ ਤਾਂ ਮੈਨੂੰ ਪੱਕੀ ਕਰਕੇ ਭੇਜਿਆ ਸੀ ਕਿ ਜ਼ਰੂਰ ਹਾਥੀ ਲੈ ਕੇ ਹੀ ਆਉਣਾ। ਮੈਂ ਫਿਰ ਕੀ ਉੱਤਰ ਜਾ ਕੇ ਦੇਵਾਂਗਾ। ਫਿਰ ਵੀ ਵਜ਼ੀਰ ਨੇ ਮਹਾਰਾਜ ਨੂੰ ਕਿਹਾ। ਇਹ ਉੱਤਰ ਕੇ ਗੁਰੂ ਘਰੋਂ ਕੋਈ ਵਸਤੀ ਤੁਸਾਂ ਨੂੰ ਨਹੀਂ ਮਿਲ ਸਕਦੀ, ਵੀ ਜਾ ਕੇ ਕਹਿ ਦਿਓ। ਸਤਿਗੁਰੂ ਨੇ ਨਿਰਭੈਤਾ ਨਾਲ ਉੱਤਰ ਦਿੱਤਾ। ਵਜ਼ੀਰ ਨੇ ਸਤਿਗੁਰੂ ਦੇ ਚਰਨਾਂ ਉੱਪਰ ਮੱਥਾ ਟੇਕਿਆ ਤੇ ਸਤਿਗੁਰੂ ਦੇ ਦਰਬਾਰ ਵਿੱਚੋਂ ਤੁਰ ਪਿਆ। ਇੱਕ ਮੰਜ਼ਿਲ ਵਿੱਚ ਹੀ ਭੀਮ ਚੰਦ ਕੋਲ ਪੁੱਜਿਆ। ਅੱਗੇ ਭੀਮ ਚੰਦ ਬੇਚੈਨ ਬੈਠਾ ਸੀ। ਉਸਨੇ ਜਦੋਂ ਵਜ਼ੀਰ ਨੂੰ ਉਦਾਸ ਤੇ ਇਕੱਲਾ ਦੇਖਿਆ ਤਾਂ ਉਹ ਸਮਝ ਗਿਆ ਕਿ ਸਤਿਗੁਰੂ ਜੀ ਨੇ ਵਸਤੂਆਂ ਨਹੀਂ ਦਿੱਤੀਆਂ। ਹਾਥੀ ਨਹੀਂ ਆਇਆ। ਫਿਰ ਵੀ ਉਸਨੇ ਪੁੱਛਿਆ, ਕਿਉਂ, ਕੀ ਉੱਤਰ ਲਿਆਇਆ ਹੈ। ਹੁਣ ਸਤਿਗੁਰੂ ਜੀ ਨੇ ਬਚਨ ਕੀਤਾ, ਗੁਰਗੱਦੀ ਭੇਟਾ ਕੀਤੀ ਹੋਈ ਕੋਈ ਵਸਤੂ ਘਰੋਂ ਬਾਹਰ ਕਿਸੇ ਵਾਸਤੇ ਨਹੀਂ ਦਿੱਤੀ ਜਾ ਸਕਦੀ। ਵਜ਼ੀਰ ਨੇ ਉੱਤਰ ਦਿੱਤਾ ਹੈ। ਇਸ ਦਾ ਸਿੱਧਾ ਤੇ ਸਾਫ਼ ਮਤਲਬ ਹੈ ਕਿ ਉਹ ਕੋਈ ਚੀਜ਼ ਨਹੀਂ ਦੇਣਗੇ, ਬਿਲਕੁਲ ਨਹੀਂ ਦੇਣਗੇ। ਬਹੁਤ ਅੱਛਾ। ਮੇਰਾ ਨਾਮ ਵੀ ਭੀਮ ਚੰਦ ਦਾ। ਰਾਜਾ ਕੜਕ ਕੇ ਬੋਲਿਆ। ਮੇਰੇ ਕ੍ਰੋਧ ਦਾ ਸ਼ਿਕਾਰ ਹੋ ਕੇ ਕੋਈ ਬਚ ਨਹੀਂ ਸਕਦਾ। ਇੱਕ ਸਾਧੂ ਨਾਲੇ ਸਾਡੀ ਜੂਹ ਵਿੱਚ ਰਹੇ, ਨਾਲੇ ਆਕੜੇ, ਨਾਲੇ ਹਿੰਦੂ ਧਰਮ ਦੀ ਵਿਰੋਧਤਾ ਕਰੇ। ਨਿੱਕੀਆਂ ਜਾਤਾਂ ਵਾਲਿਆਂ ਦਾ ਤਾਂ ਆਦਰ ਸਤਿਕਾਰ ਕਰੇ, ਪਰ ਅਸਾਂ ਰਾਜਿਆਂ ਨੂੰ ਅੱਖਾਂ ਵਿਖਾਵੇ, ਮੈਂ ਦੇਖਾਂਗਾ। ਹੁਣ ਸੱਪ ਵਾਂਗ ਗੁੱਸੇ ਦੀ ਬਿਸ ਘੋਲਦਿਆਂ ਹੋਇਆ ਭੀਮ ਚੰਦ ਨੇ ਆਖਿਆ। ਉਸ ਵੇਲੇ ਉਸ ਦੀ ਮਾਨਸਿਕ ਹਾਲਤ ਬਹੁਤ ਬੁਰੀ ਸੀ। ਰਾਜਾ ਭੀਮ ਚੰਦ ਦੀ ਉਹ ਕ੍ਰੋਧ ਨਾਲ ਧਰਤੀ ਉੱਤੇ ਪੈਰ ਮਾਰੀ ਗਿਆ। ਉਹਦੀ ਦਸ਼ਾ ਨੂੰ ਦੇਖ ਕੇ ਵਜ਼ੀਰ ਨੇ ਕਿਹਾ, ਰਾਜਨ, ਹੌਸਲੇ ਤੋਂ ਕੰਮ ਲੈਣਾ ਚਾਹੀਦਾ ਹੈ।
ਹਰ ਗੱਲ ਵਿੱਚ ਕਾਹਲ ਨਹੀਂ ਕਰਨੀ ਚਾਹੀਦੀ। ਇਹ ਕਾਹਲ ਦਾ ਫਲ ਹੈ ਕਿ ਨਾ ਹੋਈ, ਅਸਾਂ ਕੁਝ ਸਮਾਂ ਨਾ ਦਿੱਤਾ, ਇੱਕ ਦਿਨ ਮਿਲੇ ਤਾਂ ਕੀਮਤੀ ਵਸਤੂਆਂ ਮੰਗਣ ਚਲੇ ਗਏ। ਕੋਈ ਕਦਮ ਗਲਤ ਨਾ ਚੁੱਕਣਾ। ਰਾਜਕੁਮਾਰ ਦੀ ਕੜਮਾਈ ਹੋਣ ਵਾਲੀ ਹੈ। ਦੂਸਰੇ ਸਤਿਗੁਰੂ ਜੀ ਦੀ ਸ਼ਕਤੀ ਮਹਾਨ ਹੈ। ਕੀ ਸ਼ਕਤੀ ਮਹਾਨ ਹੈ? ਰਾਜਾ ਬੋਲਿਆ, ਇਹੋ ਕਿ ਮੈਂ ਰਾਜਾ ਹਾਂ, ਉਹ ਸਾਧ ਹੈ। ਮੇਰੀ ਸਹਾਇਤਾ ਮੁਗਲ ਸਾਮਰਾਜ ਕਰ ਰਿਹਾ ਹੈ ਕਿ ਉਹਦੀ ਸਹਾਇਤਾ ਕਰਨ ਵਾਲੇ ਸਾਰੇ ਕਮੀਨੇ, ਗਰੀਬ ਲੋਕ, ਉਹ ਲੋਕ ਜਿਨ੍ਹਾਂ ਦਾ ਸਮਾਜ ਵਿੱਚ ਕੋਈ ਸਤਿਕਾਰ ਨਹੀਂ, ਜੋ ਭੁੱਖੇ ਮਰ ਰਹੇ ਹਨ, ਮੈਨੂੰ ਕੋਈ ਪਰਵਾਹ ਨਹੀਂ ਉਹਨਾਂ ਦੀ। ਮੈਂ ਲੜਾਈ ਕਰਾਂਗਾ, ਉਹਦਾ ਡੇਰਾ ਸਦਾ ਵਾਸਤੇ ਚੁਕਵਾ ਦਿਆਂਗਾ ਅਨੰਦਪੁਰ 'ਚੋਂ। ਮੇਰੇ ਹੁਕਮ ਨੂੰ ਮੋੜਨ ਵਾਲਾ ਇਸ ਬਾਰੇ ਵਿੱਚ ਇਉਂ ਸੁਖੀ ਨਹੀਂ ਰਹਿ ਸਕਦਾ। ਵਜ਼ੀਰ ਚੁੱਪ ਨਾ ਰਹਿ ਸਕਿਆ। ਉਸਨੇ ਬੜੀ ਨਿਮਰਤਾ ਨਾਲ ਰਾਜਾ ਭੀਮ ਚੰਦ ਨੂੰ ਸਮਝਾਉਣ ਦਾ ਯਤਨ ਕੀਤਾ। ਹੇ ਰਾਜਨ, ਬਿਨਾਂ ਸੋਚੇ ਸਮਝੇ ਕੁਝ ਦੇਖੇ ਦੇ ਕ੍ਰੋਧ ਕਰਨਾ ਯੋਗ ਨਹੀਂ ਹੈ। ਉਹ ਪੂਰਨ ਮਹਾਂਪੁਰਖ ਅਤੇ ਸਰਬ ਸ਼ਕਤੀਮਾਨ ਹਨ। ਉਹਨਾਂ ਨਾਲ ਲੜਾਈ ਕਰਨੀ ਯੋਗ ਨਹੀਂ ਹੈ। ਉਹਨਾਂ ਦੀ ਨਿੰਦਿਆ ਕਰਨੀ ਅਤੇ ਨਿਰਾਦਰ ਕਰਨਾ ਆਪਣੇ ਪੈਰ ਆਪ ਕੁਹਾੜਾ ਮਾਰਨਾ ਹੈ। ਹਠ ਨੂੰ ਛੱਡੋ, ਚੰਗਾ ਕਿ ਉਹਨਾਂ ਦੇ ਚਰਨੀ ਲੱਗੋ। ਉਹਨਾਂ ਨਾਲ ਪ੍ਰੇਮ ਕਰੋ ਅਤੇ ਪ੍ਰੇਮ ਲਵੋ। ਜਦੋਂ ਪੁਰਸ਼ ਹੰਕਾਰ ਨਾਲ ਅੰਨ੍ਹਾ ਹੋ ਜਾਂਦਾ ਹੈ ਤਾਂ ਉਸ ਨੂੰ ਨਾ ਆਪ ਕੁਝ ਦਿਸਦਾ ਅਤੇ ਨਾ ਹੀ ਕਿਸੇ ਦੀ ਉਹ ਨੇਕ ਸਲਾਹ ਲੈਂਦਾ ਹੈ। ਭੀਮ ਚੰਦ ਨੇ ਵਜ਼ੀਰ ਦੀਆਂ ਗੱਲਾਂ ਵੱਲ ਕੋਈ ਧਿਆਨ ਨਾ ਦਿੱਤਾ, ਸਗੋਂ ਉਲਟਾ ਉਸ ਨੂੰ ਡਾਂਟ ਕੇ ਬਾਹਰ ਕੱਢ ਦਿੱਤਾ ਅਤੇ ਦੂਸਰੇ ਸਲਾਹਕਾਰ ਚਤਰੂ ਨੂੰ ਸੱਦਿਆ। ਕਈ ਹੋਰ ਸਲਾਹਕਾਰ ਵੀ ਉਹਦੇ ਨਾਲ ਸੀਗੇ। ਚਤਰੂ ਬੜਾ ਗਾਲੜੀ ਅਤੇ ਪੱਤੇਬਾਜ਼ ਪੰਡਤ ਸੀ। ਉਹ ਗੱਲਾਂ ਨਾਲ ਹੀ ਲੋਕਾਂ ਦੇ ਕੰਨ ਕੁਤਰ ਲੈਂਦਾ ਸੀ। ਉਸ ਨੂੰ ਭੀਮ ਚੰਦ ਨੇ ਤਿਆਰ ਕੀਤਾ ਕਿ ਉਹ ਸਤਿਗੁਰੂ ਜੀ ਪਾਸ ਜਾਵੇ ਅਤੇ ਕਿਸੇ ਨਾ ਕਿਸੇ ਤਰ੍ਹਾਂ ਹਾਥੀ ਮੰਗ ਕੇ ਲਿਆਵੇ। ਹੁਣ ਮੂਰਖ ਚਤਰੂ ਚਤਰਦਾਸ ਸਤਿਗੁਰੂ ਜੀ ਦੀ ਵੱਲ ਤੁਰ ਪਿਆ। ਰਾਹ ਵਿੱਚ ਨੇਕਾਂ ਵਿਚਾਰਾਂ ਵਿਚਾਰਦਾ ਪਹਾੜ ਨਾਲ ਟੱਕਰ ਲੈਣ ਚੱਲਿਆ। ਗਿਆਨ ਦੇ ਭੰਡਾਰੇ, ਵਿੱਦਿਆ ਦੇ ਖਜ਼ਾਨੇ, ਨੀਤੀ ਨਿਪੁੰਨ ਸਤਿਗੁਰੂ ਜੀ ਅੱਗੇ ਅਕਲਾਂ ਦੜਾਉਣ ਉਸੇ ਤਰ੍ਹਾਂ ਚੱਲਿਆ ਜਿਵੇਂ ਕਦੀ ਸ੍ਰੀ ਰਾਮ ਚੰਦਰ ਜੀ ਦੇ ਪਾਸ ਰਾਵਣ ਦੇ ਆਦਮੀ ਜਾਂਦੇ ਸਨ। ਆਪ ਪਰਮੇਸ਼ਰ ਨੂੰ ਗੱਲਾਂ ਨਾਲ ਕੌਣ ਜਿੱਤੇ? ਸੱਚ ਦੇ ਸੂਰਜ ਅੱਗੇ ਝੂਠ ਤੇ ਠੱਗੀ ਦਾ ਉੱਲੂ ਕਿਵੇਂ ਅੱਖਾਂ ਖੋਲ੍ਹ ਸਕਦਾ ਹੈ? ਹੁਣ ਚਤਰੂ ਅਨੰਦਪੁਰ ਪੁੱਜਿਆ, ਸਤਿਗੁਰੂ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਅਤੇ ਨਮਸਕਾਰ ਕਰਕੇ ਬਗਲੇ ਭਗਤ ਦੀ ਤਰ੍ਹਾਂ ਬੜੀ ਨਿਮਰਤਾ ਨਾਲ ਧੋਖੇ ਦੀਆਂ ਗੱਲਾਂ ਕਰਨ ਲੱਗਿਆ। ਸਤਿਗੁਰੂ ਜੀ ਉਸ ਦੀਆਂ ਗੱਲਾਂ ਸੁਣਦੇ ਰਹੇ ਅਤੇ ਮਨ ਹੀ ਮਨ ਉਹਦੀ ਮੂਰਖਤਾ ਅਤੇ ਉਸਦੇ ਹੱਸਦੇ ਵੀ ਰਹੇ। ਜਦੋਂ ਬਹੁਤ ਕੁਝ ਕਹਿ ਚੁੱਕਿਆ ਤਾਂ ਸਤਿਗੁਰੂ ਜੀ ਨੇ ਮੁਸਕਰਾ ਕੇ ਕਿਹਾ, ਭਾਈ ਚਤਰਦਾਸ, ਜਿੰਨੀਆਂ ਗੱਲਾਂ ਤੂੰ ਕੀਤੀਆਂ ਹਨ ਉਹਨਾਂ ਸਾਰੀਆਂ ਵਿੱਚ ਕੂੜ ਹੀ ਕੂੜ ਹੈ, ਝੂਠ ਹੀ ਝੂਠ ਹੈ। ਅਸਾਂ ਨੂੰ ਤਾਂ ਇਹ ਆਖ ਰਿਹਾ ਹੈ ਕਿ ਹਾਥੀ ਮੋੜ ਦਿੱਤਾ ਜਾਵੇਗਾ, ਪਰ ਤੁਰਨ ਲੱਗਾ ਜੋ ਕੁਝ ਰਾਜੇ ਭੀਮ ਚੰਦ ਨੂੰ ਆਖ ਕੇ ਆਇਆ ਹੈ ਉਹ ਵੀ ਯਾਦ ਕਰ। ਜੋ ਤੂੰ ਤੇ ਰਾਜੇ ਨੇ ਰਾਜ ਭਵਨ ਵਿੱਚ ਬੈਠ ਕੇ ਇਕੱਲਿਆਂ ਸਲਾਹ ਕੀਤੀ ਹੈ ਉਸ ਨੂੰ ਯਾਦ ਕਰ। ਕੀ ਤੇਰੀ ਜ਼ੁਬਾਨ ਤੇ ਆਤਮਾ ਸੱਚੀ ਹੈ? ਕੀ ਤੂੰ ਤੇ ਰਾਜੇ ਨੇ ਇਹ ਸਲਾਹ ਨਹੀਂ ਕੀਤੀ ਕਿ ਹਾਥੀ ਬਹਾਨੇ ਨਾਲ ਲੈ ਆਈਏ ਅਤੇ ਮੁੜ ਕੇ ਨਾ ਮੋੜ ਗਏ? ਗੁਰੂ ਅਸਾਂ ਦਾ ਕੀ ਵਿਗਾੜ ਲਵੇਗਾ? ਇਹ ਗੱਲਾਂ ਤੁਸੀਂ ਕੀਤੀਆਂ ਨਹੀਂ ਬੈਠ ਕੇ? ਜਦੋਂ ਆਹ ਗੱਲਾਂ ਚਤਰੂ ਨੂੰ ਸੁਣਾਈਆਂ ਅਤੇ ਸੱਚੇ ਬਚਨ ਸੁਣ ਕੇ ਚਤਰੂ ਨੂੰ ਸਾਰੀਆਂ ਚਤਰਾਈਆਂ ਭੁੱਲ ਗਈਆਂ। ਉਹ ਸ਼ਰਮਿੰਦਾ ਹੋ ਗਿਆ, ਉਸ ਦੀਆਂ ਅੱਖਾਂ ਨੀਵੀਆਂ ਹੋ ਗਈਆਂ। ਸਤਿਗੁਰੂ ਦੀ ਮਾਨਸਿਕ ਦਸ਼ਾ ਵੱਲ ਅਨੁਭਵ ਕਰਕੇ ਉਸ ਨੂੰ ਕਿਹਾ, ਵਾਪਸ ਜਾ ਕੇ ਆਪਣੇ ਰਾਜੇ ਨੂੰ ਆਖ ਦੇ
ਕਿ ਉਸ ਨੂੰ ਹਾਥੀ ਕਿਸੇ ਕੀਮਤ 'ਤੇ ਵੀ ਨਹੀਂ ਮਿਲਣਾ, ਕਿਉਂਕਿ ਉਸ ਦੀ ਨੀਤ ਭੈੜੀ ਹੈ। ਉਸ ਨੇ ਆਰੰਭ ਤੋਂ ਹੀ ਚਿੱਤ ਵਿੱਚ ਮੰਦਾ ਵਿਚਾਰ ਵਿਚਾਰਿਆ ਹੈ। ਚਤਰੂ ਚਲਿਆ ਗਿਆ ਅਤੇ ਉਸਨੇ ਜਾ ਕੇ ਭੀਮ ਚੰਦ ਨੂੰ ਬਹੁਤ ਗਰਮ ਕਰ ਦਿੱਤਾ। ਸਤਿਗੁਰ ਦੇ ਅਸਲ ਸੁਨੇਹੇ ਨੂੰ ਸੁਣਾਉਣ ਦੀ ਥਾਂ ਮਨ ਬਣਾ ਕੇ ਕਈ ਗੱਲਾਂ ਕਰ ਦਿੱਤੀਆਂ ਲੜਾਈ ਵਾਲੀਆਂ। ਰਾਜੇ ਭੀਮ ਚੰਦ ਨੇ ਉਸੇ ਵੇਲੇ ਸੈਨਾ ਨੂੰ ਲੜਾਈ ਦਾ ਹੁਕਮ ਦੇ ਦਿੱਤਾ। ਮੈਂ ਲੜ ਕਰਕੇ ਸਾਰੀਆਂ ਵਸਤੂਆਂ ਖੋਹ ਲਵਾਂਗਾ। ਉਹਦੇ ਮਨ ਦਾ ਬਹੁਤ ਜੋਸ਼ ਸੀ ਰਾਜੇ ਭੀਮ ਚੰਦ ਦੇ ਮਨ ਦੇ ਵਿੱਚ। ਇਸ ਤਰ੍ਹਾਂ ਭਾਈ ਸਤਿਗੁਰੂ ਜੀ ਨੇ ਚਤਰੂ ਨੂੰ ਵੀ ਮੋੜਿਆ